हाँ जी, न्यू इंडस्ट्रीयल पॉलिसीज़ ਜਾਂ 1996 ਦੀ ਜਿਹੜੀ ਹੈਗੀ ਇੰਡਸਟਰੀਜ਼ ਪੋਲਿਸੀ। ਨਿਊ ਇੰਡਸਟਰੀਅਲ ਪੋਲਿਸੀ 1996 ਦੇ ਇਹਦੇ ਵਿੱਚ ਜ਼ਿਆਦਾਤਰ ਕਿਹਦੇ ਤੇ ਸਟ੍ਰੈਸ ਦਿੱਤਾ ਗਿਆ ਸੀ, ਇੰਟੈਂਸਿਵ ਐਂਡ ਸਬਸਿਡੀਜ਼ ਤੇ। ਯਾਨੀ ਕਿ ਜਦੋਂ ਕੋਈ ਇੰਡਸਟਰੀ ਸਟੈਬਲਿਸ਼ ਕਰਦਾ ਵੈ ਉਹਦਾ ਕਿੰਨਾ ਪਰਸੈਂਟ ਕੀ ਹੈ ਗਵਰਨਮੈਂਟ ਸਬਸਿਡੀਜ਼ ਦੇ ਤੌਰ ਤੇ ਪ੍ਰੋਵਾਈਡ ਕਰੇਗੀ। ਠੀਕ ਹੈ, ਇਹਦੀ ਹੁਣ ਏਮ ਕੀ ਹੈ, ਮੋਡਰਨਾਈਜੇਸ਼ਨ ਆਫ ਸਮੋਲ ਸਕੇਲ ਇੰਡਸਟਰੀਜ਼। ਸਮੋਲ ਸਕੇਲ ਇੰਡਸਟਰੀਜ਼ ਦੇ ਵਿੱਚ ਕੀ ਹੈ, ਮੋਡਰਨਾਈਜੇਸ਼ਨ ਲੈ ਕੇ ਆਉਣਾ, ਯਾਨੀ ਕਿ ਸਮੋਲ ਸਕੇਲ ਇੰਡਸਟਰੀਜ਼ ਦੇ ਵਿੱਚ ਨਵੀਂ ਟੈਕਨੋਲੋਜੀਜ਼ ਯੂਜ਼ ਕਰਨੀਆਂ। ਠੀਕ ਹੈ, ਮਾਡਰਨ ਟੈਕਨੀਕ ਕੀ ਹੈ ਯੂਜ਼ ਕਰਨੀ ਹੈ ਤਾਂ ਜੋ ਉਹਨਾਂ ਦੇ ਬਣੇ ਹੋਏ ਪ੍ਰੋਡਕਟ ਆਪਣੇ ਦੂਜੇ ਅਦਰ ਕੰਟਰੀਜ਼ ਦੇ ਬਣੇ ਹੋਏ ਪ੍ਰੋਡਕਟ ਦੇ ਨਾਲ ਕੀ ਹੈ ਕੰਪੇਅਰ ਹੋ ਸਕਣ। ਕਲੀਅਰ। ਪ੍ਰਮੋਸ਼ਨ ਆਫ ਟੂਰਿਜ਼ਮ। ਅਕੋਰਡਿੰਗ ਟੂ ਨਿਊ ਇੰਡਸਟਰੀਜ਼ ਪੋਲਿਸੀ ਟੂਰਿਜ਼ਮ ਸ਼ੁੱਡ ਬੀ ਗਿਵਨ ਦਾ ਸਟੇਟਸ ਆਫ ਦਾ ਇੰਡਸਟਰੀਜ਼। ਟੂਰਿਜ਼ਮਸ ਨੂੰ ਕੀ ਵੀ ਹੈ ਕਿ ਨਿਊ ਇੰਡਸਟਰੀਜ਼ ਪੋਲਿਸੀ ਦੇ ਵਿੱਚ ਕੀ ਉਹਨਾਂ ਨੂੰ ਪ੍ਰਮੋਟ ਕਰਨਾ। ਠੀਕ ਹੈ, ਪਹਿਲਾਂ ਕੀ ਹੁੰਦਾ ਸੀ ਟੂਰਿਜ਼ਮ ਵਗੈਰਾ ਜਿਹੜੇ ਦੂਸਰੇ ਹੁੰਦੇ ਸੀ ਉਹ ਆਪਣੀ ਇੰਡਸਟਰੀਜ਼ ਦੇ ਵਿੱਚ ਕੀ ਹੈ ਪੈਸਾ ਇਨਵੈਸਟ ਨਹੀਂ ਕਰ ਸਕਦੇ ਸੀ ਜਾਂ ਕੰਮ ਨਹੀਂ ਕਰਦੇ ਸੀ। ਹੁਣ ਟੂਰਿਜ਼ਮ ਨੂੰ ਵੀ ਕੀ ਹੈ ਪ੍ਰਮੋਟ ਕਰਨਾ। ਇੰਟੈਂਸਿਵ ਟੂ ਐਗਰੋ ਬੇਸਡ ਇੰਡਸਟਰੀਜ਼, ਜਿਹੜੇ ਹੁਣ ਆਪਣੀ ਐਗਰੀਕਲਚਰ ਪਹਿਲਾਂ ਕੀ ਸੀਗੀ ਫੂਡ ਨਾਲ ਰਿਲੇਟਡ ਹੀ ਆਪਾਂ ਪ੍ਰੋਡਕਸ਼ਨ ਕਰਦੇ ਸੀਗੇ। ਹੁਣ ਜਿਹੜੇ ਐਗਰੀਕਲਚਰ ਪ੍ਰੋਡਕਸ਼ਨ ਹੋਏਗੀ ਉਹ ਕੀ ਹੋਏਗੀ ਐਗਰੋ ਬੇਸਡ ਇੰਡਸਟਰੀਜ਼, ਮਤਲਬ ਐਗਰੀਕਲਚਰ ਨੂੰ ਵੀ ਹੁਣ ਇਸ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਚਾਹੀਦੀ ਹੈ ਜਾਂ ਇਸ ਤਰ੍ਹਾਂ ਦਾ ਰੋ ਮਟੀਰੀਅਲ ਕਰਨਾ ਚਾਹੀਦਾ ਹੈ ਤਾਂ ਜੋ ਇੰਡਸਟਰੀਜ਼ ਨੂੰ ਰੋ ਮਟੀਰੀਅਲ ਕੀ ਹੈ ਪ੍ਰੋਵਾਈਡ ਕਰ ਸਕਣ। ਯਾਨੀ ਕਿ ਐਗਰੀਕਲਚਰ ਨੂੰ ਇਸ ਤਰ੍ਹਾਂ ਦੀ ਕੀ ਹੈ ਹੁਣ ਖੇਤੀਬਾੜੀ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦੇ ਕ੍ਰੌਪਸ ਉਗਾਉਣੇ ਚਾਹੀਦੇ ਨੇ ਜਿਹਦੇ ਨਾਲ ਇੰਡਸਟਰੀਜ਼ ਨੂੰ ਕੀ ਮਿਲ ਜੇ ਰੋ ਮਟੀਰੀਅਲ ਪ੍ਰੋਵਾਈਡ ਹੋ ਜਾਵੇ। ਜਿਵੇਂ ਸ਼ੂਗਰ ਕੇਨ ਚਾਹੀਦੀ ਹੈ, ਕੋਟਨ ਚਾਹੀਦੀ ਹੈ, ਤਾਂ ਐਗਰੀਕਲਚਰ ਨੂੰ ਡਿਵੈਲਪ ਕਰਨਾ, ਉਹਨੂੰ ਇੰਟੈਂਸਿਵ ਕਰਨਾ, ਪ੍ਰੇਰਿਤ ਕਰਨਾ। ਗਰੋਥ ਏਰੀਆ ਜਿਹੜੇ ਗਰੋਥ ਏਰੀਆ ਨੂੰ ਆਪਾਂ 3 ਕੈਟਾਗਰੀ ਦੇ ਵਿੱਚ ਵੰਡਿਆ ਸੀਗਾ, A, B ਅਤੇ C। ਏ ਦੇ ਵਿੱਚ ਆ ਜਾਂਦੇ ਪਠਾਨਕੋਟ, ਅੰਮ੍ਰਿਤਸਰ, ਅਬੋਹਰ ਅਤੇ ਮੋਗਾ ਆ ਜਾਣਗੇ। ਠੀਕ ਹੈ, ਅਤੇ ਜਿਹੜਾ ਹੈਗੇ B ਕੈਟਾਗਰੀ ਦੇ ਵਿੱਚ ਕਿਹੜੇ ਡਿਸਟ੍ਰਿਕਟਸ ਆ ਜਾਣਗੀਆਂ ਜਿਹੜੇ ਕਿ ਉੱਪਰ ਆਪਾਂ ਨੂੰ ਇੰਡਸਟਰੀਜ਼ ਦਿੱਤੀਆਂ ਨਹੀਂ ਹੋਈਆਂ, ਜਿਹੜੇ ਸਾਰੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਇਹਦੇ ਵਿੱਚ ਆ ਗਈਆਂ। ਉਸ ਤੋਂ ਬਾਅਦ ਜਿਹੜੇ ਬਚ ਜਾਣਗੇ ਉਹ ਕਿਹਦੇ ਵਿੱਚ ਆ ਜਾਣਗੇ B ਕੈਟਾਗਰੀ ਦੇ ਵਿੱਚ ਆ ਜਾਣਗੀਆਂ। ਅੱਗੇ ਆ ਗਿਆ ਤੁਹਾਡਾ C ਕੈਟਾਗਰੀ। C ਕੈਟਾਗਰੀ ਦੇ ਵਿੱਚ ਕਿਹੜੇ ਨੂੰ ਇਨਕਲੂਡ ਕੀਤਾ ਗਿਆ, ਚੰਡੀਗੜ੍ਹ ਕੈਪੀਟਲ ਨੂੰ ਕੀਤਾ ਗਿਆ ਸੀਗਾ। ਠੀਕ ਹੈ, ਅਤੇ ਫੋਕਲ ਪੁਆਇੰਟਸ ਔਰ ਇੰਡਸਟਰੀਅਲ ਸਟੇਟ ਔਰ ਅਦਰ ਇੰਡਸਟਰੀਅਲਸ ਏਰੀਆ। ਕਲੀਅਰ। ਅਤੇ ਦੀ ਟਾਊਨ ਵਿਦ ਪਾਪੂਲੇਸ਼ਨ ਆਫ ਮੋਰ ਦੈਨ 1 ਲੱਖ ਇਨ ਦਾ ਡਿਸਟ੍ਰਿਕਟ ਅਦਰ ਦੈਨ ਦਾ A ਕੈਟਾਗਰੀ ਏਰੀਆਜ਼। ਕਹਿੰਦੇ ਨੇ ਜੇਕਰ ਜਿਹੜੇ ਵੀ ਸ਼ਹਿਰ ਜੇ ਪਾਪੂਲੇਸ਼ਨ 1 ਲੱਖ ਤੋਂ ਜਿਹੜੇ ਜ਼ਿਲ੍ਹੇ ਦੀ ਜ਼ਿਆਦਾ ਹੋਏਗੀ ਉਹਨੂੰ A ਕੈਟਾਗਰੀ ਦੇ ਵਿੱਚ ਕੀ ਹੈ ਸ਼ਾਮਿਲ ਕਰ ਦਿੱਤਾ ਜਾਏਗਾ। ਯਾਨੀ ਕਿ ਇੰਡਸਟਰੀਜ਼ ਦੀ ਡਿਵੈਲਪਮੈਂਟ ਦੇ ਅਕੋਰਡਿੰਗ ਉਹ ਕਿਸ ਤਰ੍ਹਾਂ ਦੀ ਪ੍ਰੋਡਕਸ਼ਨ ਕਰ ਰਹੀ ਹੈ, ਉਸ ਏਰੀਆ ਦੇ ਵਿੱਚ ਕਿੰਨੀ ਪਾਪੂਲੇਸ਼ਨ ਹੈ, ਉਹਦੇ ਅਕੋਰਡਿੰਗ ਇਹਨਾਂ ਨੂੰ 3 ਕੈਟਾਗਰੀ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ। ਲਿਮਿਟ ਰੱਖ ਲਈ ਸੀਗੀ ਕਿ ਜਿਹੜੇ ਏਰੀਆ ਦੀ ਪਾਪੂਲੇਸ਼ਨ ਹੈ 1 ਲੱਖ ਤੋਂ ਜ਼ਿਆਦਾ ਵਾ ਉਹ A ਕੈਟਾਗਰੀ ਦੇ ਵਿੱਚ ਆਉਣਗੇ, ਜਿੰਦੀ ਉਸ ਤੋਂ ਘੱਟ ਹੈ B ਦੇ, ਜਿਹੜੇ ਉਸ ਤੋਂ ਘੱਟ ਆਉਣਗੇ ਉਹਨੂੰ C ਕੈਟਾਗਰੀ ਦੇ ਵਿੱਚ ਰੱਖੇ ਜਾਣਗੇ। ਅੱਗੇ ਆ ਗਿਆ ਲੈਂਡ ਸਬਸਿਡੀਜ਼। ਇਹਦੇ ਵਿੱਚ ਕੀ ਹੋ ਗਿਆ ਸੀਗਾ ਕਿ ਗਵਰਨਮੈਂਟ ਨੇ ਹੁਣ ਸਬਸਿਡੀਜ਼ ਦੇਣੀ ਸ਼ੁਰੂ ਕਰਤੀ ਸੀ। ਸਬਸਿਡੀਜ਼ ਮਤਲਬ ਆਰਥਿਕ ਸਹਾਇਤਾ। ਜਿਵੇਂ ਤੁਹਾਨੂੰ ਸਬਸਿਡੀ ਦੀ ਮੈਂ ਐਗਜ਼ਾਮਪਲ ਦਿੰਦੀ ਹਾਂ, ਸਪੋਜ਼ ਜਿਵੇਂ ਆਪਾਂ ਕਹਿੰਦੇ ਸਿਲੰਡਰ ਹੈ ਆਪਣੇ ਘਰ ਦੇ, ਆਪਾਂ ਕਦੇ ਕਹਿ ਦਿੰਦੇ ਮਹਿੰਗੇ ਹੋ ਗਏ, ਕਦੇ ਕਹਿੰਦੇ ਸਸਤੇ ਹੋ ਗਏ। ਉਹ ਕਿਉਂ ਹੋ ਜਾਂਦੇ ਨੇ ਕਿਉਂਕਿ ਗਵਰਨਮੈਂਟ ਆਪਾਂ ਨੂੰ ਤਾਂ ਸਬਸਿਡੀਜ਼ ਦਿੰਦੀ ਹੈ। ਸਿਲੰਡਰ ਤਾਂ ਉਨੇ ਹੀ ਰਹਿੰਦੇ ਨੇ, ਸਿਲੰਡਰ ਮਹਿੰਗੇ ਨਹੀਂ ਹੋਏਗੇ। ਉਹ ਮਹਿੰਗੇ ਇਸ ਲਈ ਹੋ ਗਏ ਕਿਉਂਕਿ ਗਵਰਨਮੈਂਟ ਨੇ ਆਪ ਨੂੰ ਸਬਸਿਡੀਜ਼ ਦੇਣੀ ਬੰਦ ਕਰਤੀ। ਸਬਸਿਡੀ ਦੇਣੀ ਬੰਦ ਕਰਤੀ ਮਤਲਬ ਪਹਿਲਾਂ ਸਪੋਜ਼ ਸਿਲੰਡਰ 900 ਦਾ 900 ਹੈ ਤਾਂ ਗਵਰਨਮੈਂਟ ਕਹਿੰਦੀ ਹੈ 700 ਰੁਪਏ ਤੁਸੀਂ ਦਿਓ, 200 ਰੁਪਏ ਮੈਂ ਦੇ ਦੂੰ। ਠੀਕ ਹੈ, ਹੁਣ ਜਦੋਂ ਗਵਰਨਮੈਂਟ ਨੇ ਦੇਖਿਆ ਕਿ ਆਪਣੇ ਸਿਲੰਡਰ ਦੀ ਸ਼ੋਰਟੇਜ ਹੋ ਰਹੀ ਹੈ ਜਾਂ ਮਹਿੰਗਾਈ ਆ ਰਹੀ ਹੈ ਤਾਂ ਗਵਰਨਮੈਂਟ ਕਹਿੰਦੀ ਹੁਣ ਮੈਂ ਤਾਂ 100 ਰੁਪਏ ਹੀ ਦਊਂ, 800 ਰੁਪਏ ਤੁਸੀਂ ਦਿਓ। ਸਿਲੰਡਰ ਤਾਂ ਉਹੀ 900 ਰੁਪਏ ਦਾ ਹੀ ਰਹਿ ਗਿਆ। ਪਹਿਲਾਂ ਆਪਾਂ 700 ਰੁਪਏ ਪੇ ਕਰਦੇ ਸੀ, ਹੁਣ ਆਪਾਂ 800 ਰੁਪਏ ਪੇ ਕਰ ਰਹੇ ਹਾਂ। ਆਪਾਂ ਕਹਿੰਦੇ ਕਿ ਸਿਲੰਡਰ ਮਹਿੰਗੇ ਹੋ ਗਏ 100 ਰੁਪਏ। 100 ਰੁਪਏ ਮਹਿੰਗੇ ਕਿਉਂ ਹੋ ਗਏ ਕਿਉਂਕਿ ਸਿਲੰਡਰ 'ਤੇ ਪਹਿਲਾਂ 200 ਰੁਪਏ ਸਰਕਾਰ ਦੇ ਰਹੀ ਸੀ, ਹੁਣ ਸਰਕਾਰ ਨੇ 100 ਰੁਪਏ ਹੀ ਦੇ ਰਹੀ ਹੈ। ਹੁਣ ਜੇ ਸਰਕਾਰ ਕਵੇ 300 ਰੁਪਏ ਮੈਂ ਦੇ ਦੂੰ, ਫਿਰ ਆਪ ਨੂੰ ਕਿੰਨੇ ਦੇਣੇ ਪੈਣਗੇ 600 ਦੇਣੇ ਪੈਣਗੇ। ਫਿਰ ਆਪਾਂ ਕਹਾਂਗੇ ਸਿਲੰਡਰ ਸਸਤੇ ਹੋ ਗਏ ਕਿਉਂਕਿ ਗਵਰਨਮੈਂਟ ਨੇ ਸਬਸਿਡੀਜ਼ ਦੇਣੀ ਸ਼ੁਰੂ ਕਰਤੀ। ਤਾਂ ਇਹ ਹੁੰਦਾ ਜਿਹੜੇ ਪ੍ਰਾਈਸ ਕੀ ਹੈ ਗਵਰਨਮੈਂਟ ਸਬਸਿਡੀਜ਼ ਪ੍ਰੋਵਾਈਡ ਕਰਦੀ ਹੈ ਆਪ ਨੂੰ। ਜੇਕਰ ਗਵਰਨਮੈਂਟ ਸਬਸਿਡੀਜ਼ ਪ੍ਰੋਵਾਈਡ ਕਰੇਗੀ ਤਾਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਸਬਸਿਡੀਜ਼ ਨਹੀਂ ਦੇਗੀ ਤਾਂ ਚੀਜ਼ਾਂ ਕੀ ਹੋ ਜਾਣਗੀਆਂ ਮਹਿੰਗੀਆਂ। ਰਹਿੰਦੇ ਤਾਂ ਉਸੇ ਰੇਟ 'ਤੇ ਹੀ ਹੈ, ਬਸ ਸਬਸਿਡੀਜ਼ ਕਰਕੇ ਕੀ ਹੈ ਪ੍ਰਾਈਸ ਕੀ ਹੈ ਫਲਕਚੁਏਟ ਕਰਦੇ ਰਹਿੰਦੇ ਨੇ। ਫੈਸਿਲਿਟੀਜ਼ ਰਿਲੇਟਡ ਟੂ ਪਾਵਰਟੀ ਨਾਲ ਰਿਲੇਟਡ ਗਵਰਨਮੈਂਟ ਨੇ ਆਪ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ। No unit will be exempted for 5 years for paying electricity duties। ਜਿਹੜੇ ਵੀ ਨਵੀਆਂ ਇਲੈਕਟ੍ਰੀਸਿਟੀ ਜਿਹੜੇ ਲੈਣਗੇ ਹੈ ਨਾ, ਬਿਜਲੀ ਦੇ ਕਨੈਕਸ਼ਨ ਜਿਹੜੇ ਨਵੇਂ ਲੈਣਗੇ ਉਹਨਾਂ ਨੂੰ 5 ਸਾਲ ਤੱਕ ਕੀ ਹੈ ਉਸ ਤੋਂ ਕੀ ਛੂਟ ਦਿੱਤੀ ਜਾਏਗੀ। ਸਬਸਿਡੀਜ਼ ਕਿੰਨੀ ਹੈ ਕਿ ਜਿਹੜੀ ਇੰਸਟਾਲਮੈਂਟ ਹੈਗੀ ਹੈ ਉਹ 50,000 ਤੋਂ ਕੀ ਹੈ ਅਬਵ ਹੋਏਗੀ। ਪ੍ਰਾਇਓਰਟੀ ਵਿਲ ਬੀ ਗਿਵਨ ਟੂ ਨਿਊ ਕਨੈਕਸ਼ਨ ਔਰ ਟੂ ਇੰਡਸਟਰੀ ਸੈਟਅਪ ਇਨ ਫੋਕਲ ਪੁਆਇੰਟਸ। ਜਿਹੜੇ ਫੋਕਲ ਪੁਆਇੰਟਸ ਦੇ ਵਿੱਚ ਲਗਾਉਣਗੇ ਉਹਨਾਂ ਨੂੰ ਜਿਹੜੀ ਪ੍ਰਾਇਓਰਟੀ ਪਹਿਲਾਂ ਕਿਹਨਾਂ ਦਿੱਤੀ ਜਾਊਗੀ, ਜਿਹੜੇ ਨਿਊ ਕਨੈਕਸ਼ਨ ਲਗਾ ਰਹੇ ਨੇ, ਜਿਹੜੇ ਨਿਊ ਕਨੈਕਸ਼ਨ ਇਸ਼ੂ ਕਰ ਰਹੇ ਨੇ ਉਹਨਾਂ ਨੂੰ ਕੀ ਹੈ ਕਾਫੀ ਕੀ ਹੈ ਪ੍ਰਾਇਓਰਟੀ ਦਿੱਤੀ ਜਾਏਗੀ ਫੋਕਲ ਪੁਆਇੰਟਸ ਦੇ ਵਿੱਚ, ਕਿ ਉਹਨਾਂ ਨੂੰ ਫੋਕਲ ਪੁਆਇੰਟ ਲਗਾਉਣੇ ਹੈ ਤਾਂ ਉਹਦੇ ਵਿੱਚ ਜਿਹੜੇ ਨਵੀਂ ਇੰਡਸਟਰੀਜ਼ ਹੋਣਗੇ ਉਹਨਾਂ ਨੂੰ ਜ਼ਿਆਦਾ ਪ੍ਰਾਇਓਰਟੀ ਦਿੱਤੀ ਜਾਏਗੀ। ਅੱਗੇ ਐਕਸੈਂਪਸ਼ਨ ਆਫ ਫਰੋਮ ਟੈਕਸਿਸ ਦੇ ਵਿੱਚ ਕੀ ਹੈ ਛੂਟ ਕੀਤੀ ਜਾਏਗੀ। ਜਿਹੜੇ ਪੈਸੇ ਆਪਣੇ ਕੀ ਹੈ ਦੀ ਮੈਕਸਿਮਮ ਲਿਮਿਟ ਆਫ ਐਕਸੈਂਪਸ਼ਨਸ ਵਿਲ ਵੀ 150% ਆਫ ਦਾ ਫਿਕਸਡ ਕੈਪੀਟਲ ਇਨਵੈਸਟਮੈਂਟ। ਜਿਹਨਾਂ ਜਿਹੜੇ ਫਿਕਸਡ ਕੈਪੀਟਲ ਇਨਵੈਸਟਮੈਂਟ ਕਰੀ ਹੁੰਦੀ ਹੈ ਇੱਕ ਫਿਕਸਡ ਕੈਪੀਟਲ ਇਨਵੈਸਟਮੈਂਟ ਹੁੰਦੀ ਜਿਹੜੀ ਫਿਕਸਡ ਹੈ। ਠੀਕ ਹੈ, ਜਿਵੇਂ ਬਿਲਡਿੰਗ ਹੋ ਗਈ, ਮਸ਼ੀਨਰੀ ਹੋ ਗਈ, ਇਹ ਫਿਕਸਡ ਕੈਪੀਟਲ ਇਨਵੈਸਟਮੈਂਟ ਹੁੰਦੀ ਹੈ ਜਿਹੜੀ ਆਪਾਂ ਇੱਕ ਵਾਰੀ ਲੈ ਲਈ ਫਿਕਸ ਹੋ ਗਈ, ਜਿਹਦੇ 'ਚ ਚੇਂਜ ਨਹੀਂ ਹੁੰਦਾ। ਜਿਵੇਂ ਰੋ ਮਟੀਰੀਅਲ ਵਗੈਰਾ ਹੋ ਗਏ ਆਪਾਂ ਇਹਨਾਂ 'ਤੇ ਇਨਵੈਸਟਮੈਂਟ ਕਰਦੇ ਤਾਂ ਚੇਂਜ ਹੁੰਦਾ ਰਹਿੰਦਾ ਨਾ, ਜਿੰਨੇ ਆਪਾਂ ਪ੍ਰੋਡਕਸ਼ਨ ਕਰਾਂਗੇ ਉਹਦੇ ਅਕੋਰਡਿੰਗ ਚੇਂਜ ਹੁੰਦਾ ਰਹਿੰਦਾ। ਲੇਕਿਨ ਫਿਕਸਡ ਕੈਪੀਟਲ ਇਨਵੈਸਟਮੈਂਟ ਜਿਹੜੀ ਕਿ ਆਪਾਂ ਕੋਈ ਲੈ ਲਈ ਫਿਕਸਡ ਹੋ ਗਈ, ਜੇ ਆਪਾਂ ਬਿਲਡਿੰਗ ਬਣਾ ਲਈ, ਠੀਕ ਹੈ, ਕੋਈ ਮਸ਼ੀਨਰੀ ਵਗੈਰਾ ਖਰੀਦ ਲਈ, ਇਸ ਤਰ੍ਹਾਂ ਦੀ।
बी कैटागरी ਦੇ ਵਿੱਚ ਕੀ ਹੈ ਕਿ 7 ਈਅਰ ਅਪ ਟੂ ਮੈਕਸਿਮਮ ਲਿਮਿਟ ਆਫ 150% ਆਫ ਫਿਕਸਡ ਕੈਪੀਟਲ ਇਨਵੈਸਟਮੈਂਟ ਜਿਹੜੀ ਕਿ ਬੀ ਕੈਟਾਗਰੀ ਦੇ ਜਿਹੜੇ ਇੰਡਸਟਰੀਜ਼ ਆਉਣਗੀਆਂ ਉਹਨਾਂ ਨੂੰ 7 ਸਾਲ ਦੇ ਲਈ ਕੀ ਹੈ ਛੂਟ ਦਿੱਤੀ ਜਾਏਗੀ 150%। ਅੱਗੇ ਇੰਟੈਂਸਿਵ ਆਫ ਲਾਰਜ ਮੀਡੀਅਮ ਯੂਨਿਟ, ਲਾਰਜ ਐਂਡ ਮੀਡੀਅਮ ਯੂਨਿਟ ਸੈਟਅਪ ਇਨ ਓਨਲੀ ਏ ਕੈਟਾਗਰੀ, ਜਿਹੜੇ ਹੈਗੇ ਲਾਰਜ ਅਤੇ ਮੀਡੀਅਮ ਇੰਡਸਟਰੀਜ਼ ਉਹ ਕਿਹਦੇ 'ਚ ਆਉਣਗੀਆਂ ਏ ਕੈਟਾਗਰੀ ਦੇ ਵਿੱਚ ਆਉਣਗੀਆਂ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਏਗਾ ਅਤੇ ਇਹ ਕੈਟਾਗਰੀ ਨੂੰ ਇਨਵੈਸਟਮੈਂਟ ਕਰਨ ਦੇ ਲਈ ਉਹਨਾਂ ਨੂੰ 30% ਰੇਟ 'ਤੇ ਫਿਕਸਡ ਕੈਪੀਟਲ ਇਨਵੈਸਟਮੈਂਟ ਇਨ ਕੇਸ ਆਫ ਨਿਊ ਯੂਨਿਟਸ, ਯਾਨੀ ਕਿ ਨਿਊ ਯੂਨਿਟ ਦੇ ਵਿੱਚ 30% ਫਿਕਸਡ ਕੈਪੀਟਲ ਪਰਸੈਂਟ ਅਤੇ ਉਹਨਾਂ ਦਾ ਰੇਟ ਆਫ ਇੰਟਰਸਟ ਕਿੰਨਾ ਹੋਏਗਾ 30%, ਠੀਕ ਹੈ। ਉਹਨਾਂ ਨੂੰ ਕੀ ਪ੍ਰੇਰਿਤ ਕੀਤਾ ਜਾਏਗਾ ਇਨਵੈਸਟ ਕਰਨ ਦੇ ਲਈ। ਅੱਗੇ ਕੈਪੀਟਲ ਸਬਸਿਡੀਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ ਇੰਡਸਟਰੀ ਇਨ ਏ ਕੈਟਾਗਰੀ, ਜਿਹੜੇ ਏ ਕੈਟਾਗਰੀ ਦੇ ਵਿੱਚ ਆਉਣਗੀਆਂ ਉਹਨਾਂ ਨੂੰ 30% ਆਫ ਫਿਕਸਡ ਕੈਪੀਟਲ ਇਨਵੈਸਟਮੈਂਟ 'ਤੇ ਕਿ ਸਬਸਿਡੀਜ਼ ਕੀ ਹੈ ਪ੍ਰੋਵਾਈਡ ਕੀਤੀ ਜਾਏਗੀ। ਮੈਕਸੀਮਮ ਲਿਮਿਟ ਕਿੰਨੀ ਹੋਏਗੀ 50 ਲੱਖ ਹੋਏਗੀ ਅਤੇ ਕੈਪੀਟਲ ਸਬਸਿਡੀਜ਼ ਅਪ ਟੂ 20% ਆਫ ਫਿਕਸਡ ਕੈਪੀਟਲ ਵਿਦ ਏ ਮੈਕਸੀਮਮ ਲਿਮਿਟ ਆਫ 30 ਲੱਖ, ਜਿਹੜੇ 30 ਲੱਖ 'ਤੇ ਹੋਣਗੇ ਅਤੇ ਠੀਕ ਹੈ ਨਾ। ਕੈਪੀਟਲ ਸਬਸਿਡੀਜ਼ ਕੀ ਹੈ 20% ਫਿਕਸਡ ਇਨਵੈਸਟਮੈਂਟ 'ਤੇ ਹੋਏਗੀ ਵਿਦ ਏ ਮੈਕਸੀਮਮ ਲਿਮਿਟ ਕਿੰਨੀ ਹੋਏਗੀ 30 ਲੱਖ ਵਿਲ ਬੀ ਗ੍ਰਾਂਟਡ ਟੂ ਇੰਡਸਟਰੀ ਇਨ ਬੀ ਕੈਟਾਗਰੀ। ਇਹ ਕਿਹੜੀ ਕੈਟਾਗਰੀ 'ਚ ਆ ਜਾਣਗੀਆਂ ਬੀ ਕੈਟਾਗਰੀ ਦੇ ਵਿੱਚ ਆ ਜਾਣਗੀਆਂ। ਅੱਗੇ ਆ ਗਿਆ ਇੰਡਸਟਰੀਜ਼ ਪੋਲਿਸੀ 2003। ਦੇਖੋ ਇਹ ਤਾਂ ਸਿਰਫ ਤੁਸੀਂ ਲਰਨ ਕਰਨ ਵਾਸਤੇ ਹੀ ਹੈ, ਜਿਹੜੀ ਤਾਂ ਆਪਣੀ ਮੇਨ ਇੰਡਸਟਰੀਜ਼ ਪੋਲਿਸੀ ਆਪਾਂ +2 ਦੇ ਵਿੱਚ ਕਰਾਂਗੇ ਤੁਹਾਨੂੰ ਉਦੋਂ ਜ਼ਿਆਦਾ ਡਿਟੇਲ ਦੇ ਵਿੱਚ ਕੀ ਹੈ ਸਮਝ ਆ ਜਾਏਗਾ। ਇਹਦੇ ਵਿੱਚ ਕੀ ਆ ਜਾਏਗਾ ਇੰਡਸਟਰੀਜ਼ ਪੋਲਿਸੀ 2003, ਇਹਦੇ ਵਿੱਚ ਕੀ ਆ ਜਾਏਗਾ ਇੰਪਰੂਵਮੈਂਟ ਪਾਵਰ ਸੈਕਟਰ ਦੇ ਵਿੱਚ ਇੰਪਰੂਵਮੈਂਟ ਕਰਨਾ, 1 ਟਾਈਮ ਸੈਟਲਮੈਂਟ ਸਿਸਟਮ ਹੋਣਾ ਚਾਹੀਦਾ ਹੈ, ਰੀਸਟਾਰਟ ਆਫ ਸਿਕ ਯੂਨਿਟਸ ਮਤਲਬ ਜਿਹੜੇ ਇੰਡਸਟਰੀਜ਼ ਆਪਾਂ ਬੰਦ ਪਈਆਂ ਨੇ ਹੜਤਾਲ ਕਰਕੇ ਜਾਂ ਜਿਹੜੇ ਖਰਾਬ ਹੋ ਗਏ ਸੀ, ਜਿਹੜੀ ਮਸ਼ੀਨਰੀ ਖਰਾਬ ਹੋ ਗਈ ਸੀ ਕਈ ਟਾਈਮ ਤੋਂ ਬੰਦ ਪਈਆਂ ਨੇ ਖੰਡਰ ਪਈਆਂ ਨੇ ਜਾਂ ਜਿਹੜੇ ਘਾਟੇ ਦੇ ਵਿੱਚ ਜਾ ਰਹੀਆਂ ਨੇ, ਸਿੱਕ ਮਤਲਬ ਬਿਮਾਰ ਪਾਉਂਝ ਕਹਿੰਦੇ ਬਿਮਾਰ ਤਾਂ ਹੀ ਹੁੰਦੇ ਜਿਹੜੇ ਕਾਫੀ ਟਾਈਮ ਤੋਂ ਬੰਦ ਪਈਆਂ ਨੇ ਜਾਂ ਜਿਹੜੇ ਘਾਟੇ ਦੇ ਵਿੱਚ ਜਾ ਰਹੀਆਂ ਨੇ ਉਹਨਾਂ ਨੂੰ ਦੁਬਾਰਾ ਤੋਂ ਕੀ ਕਰਨਾ ਰੀਸਟਾਰਟ ਕਰਨਾ। ਟੂ ਡਿਫਾਈਨ ਦਾ ਰੋਲ ਆਫ PFC ਐਂਡ PSIDC। PFC ਦਾ ਮਤਲਬ ਕੀ ਹੁੰਦਾ ਹੈ P ਮਤਲਬ ਪਾਵਰ ਫਾਈਨਾਂਸ ਕਾਰਪੋਰੇਸ਼ਨ, ਠੀਕ ਹੈ, ਇਹ 1986 ਦੇ ਵਿੱਚ ਆਇਆ ਸੀਗਾ। ਉਸ ਤੋਂ ਬਾਅਦ PSIDC ਇਹ ਕੀ ਹੁੰਦਾ ਵੈ ਪੰਜਾਬ ਸਟੇਟ ਇੰਡੀਅਨ ਡਿਵੈਲਪਮੈਂਟ ਕਾਰਪੋਰੇਸ਼ਨ, ਧਿਆਨ ਨਾਲ ਸੁਣ ਲਓ ਪੰਜਾਬ ਸਟੇਟ ਇੰਡੀਅਨ ਡਿਵੈਲਪਮੈਂਟ ਕਾਰਪੋਰੇਸ਼ਨ। PFC ਦਾ ਮਤਲਬ ਕੀ ਹੁੰਦਾ ਹੈ ਪਾਵਰ ਫਾਈਨਾਂਸ ਕਾਰਪੋਰੇਸ਼ਨ, ਠੀਕ ਹੈ। ਇਹ ਕੀ ਹੈ ਇਹ ਜਿਹੜੀ PFC ਹੁੰਦੀ ਹੈ ਨਾ ਇਹ ਬੈਕਬੋਨ ਹੈ ਆਪਣੀ ਇੰਡਸਟਰੀਅਲ ਪਾਵਰ ਸੈਕਟਰ ਦੀ, ਆਪਣਾ ਇੰਡਸਟਰੀਅਲ ਪਾਵਰ ਸੈਕਟਰ ਦੀ ਇਹ ਬੈਕਬੋਨ ਹੈ, ਇਹਦੇ ਤੋਂ ਬਿਨਾਂ ਆਪਣਾ ਇੰਡਸਟਰੀਅਲ ਪਾਵਰ ਸੈਕਟਰ ਕੀ ਡਿਵੈਲਪ ਕਰ ਹੀ ਨਹੀਂ ਸਕਦਾ ਹੈਗਾ, ਠੀਕ ਹੈ। ਇਹਦੇ ਵਿੱਚ ਇਹ ਡਿਫਾਈਨ ਰੋਲ ਕੀ ਹੈ ਪੇ ਕਰਦਾ ਵੈ। ਮੈਥਡ ਡਰੋ ਨਿਊ ਇਨਵੈਸਟਮੈਂਟ, ਨਵੇਂ ਮੈਥਡਸ ਕੀ ਹੈ ਡਰੋ ਕੀਤੇ ਜਾਣਗੇ ਇਨਵੈਸਟਮੈਂਟ ਕਰਨ ਦੇ ਲਈ ਕਿ ਆਪਾਂ ਪੈਸਾ ਕਿਵੇਂ ਇਨਵੈਸਟ ਕਰਨਾ ਵੈ ਉਹਦੇ ਲਈ ਡਰੋ ਕੀਤੇ ਜਾਣਗੇ। ਨਵੀਂ ਟੈਕਨੋਲੋਜੀ ਕੀ ਹੈ ਕਾਟਨ ਇੰਡਸਟਰੀਜ਼ ਨੂੰ ਪ੍ਰੋਵਾਈਡ ਕੀਤੀ ਜਾਏਗੀ, ਠੀਕ ਹੈ। ਮੋਰ ਇੰਟਰਸਟ ਇਨ ਏਰੀਆ ਵੇਅਰ ਪੰਜਾਬ ਹੈਜ਼ ਅਪਰ ਹੈਂਡ, ਠੀਕ ਹੈ। ਉੱਥੇ 'ਤੇ ਕੀ ਹੈ ਨਵੇਂ ਏਰੀਆਸ ਕੀ ਅਡੋਪਟ ਕੀਤੇ ਜਾਣਗੇ ਜਿੱਥੇ 'ਤੇ ਪੰਜਾਬ ਕੀ ਹੈ ਉੱਪਰ ਹੈਂਡ ਦੇ ਵਿੱਚ ਹੈ। ਟੂ ਇੰਕਰੀਜ਼ ਕੰਪੀਟੀਸ਼ਨ ਇੰਕਰੀਜ਼ ਕੀਤਾ ਜਾਏਗਾ। ਉਸ ਤੋਂ ਬਾਅਦ ਏਅਰ ਮਾਰਕੀਟ ਕਿਹੜੇ ਆ ਜਾਣਗੇ ਹੋਜ਼ੀ ਟੈਕਸਟਾਈਲ ਟੂਰਿਜ਼ਮ ਐਗਰੋ ਐਂਡ ਫੂਡ ਪ੍ਰੋਸੈਸਿੰਗ ਇਨਫੋਰਮੇਸ਼ਨ ਟੈਕਨੋਲੋਜੀ ਸਪੋਇਡ ਅਤੇ ਐਕਸਪੋਰਟ ਇਕੁਇਪਮੈਂਟਸ, ਠੀਕ ਹੈ। ਇਹ ਤੁਹਾਨੂੰ ਇਹ ਲਰਨ ਕਰਨੀ ਹੈ ਤੁਸੀਂ ਸਾਰੇ। ਉਸ ਤੋਂ ਬਾਅਦ ਇੰਡਸਟਰੀਜ਼ ਪੋਲਿਸੀ 2009 ਦੀ ਆ ਗਈ, ਠੀਕ ਹੈ। ਇਹ ਤੁਸੀਂ ਸਿਰਫ ਨੌਲੇਜ ਵਾਸਤੇ ਕਰ ਲੈਣੀ ਹੈ, ਇਸ ਲਈ ਤੁਸੀਂ ਪੜ੍ਹ ਲਿਓ ਇੱਕ ਵਾਰੀ, ਠੀਕ ਹੈ। ਓਬਜੈਕਟਿਵ ਐਂਡ ਥਰਸਟ ਏਰੀਆ 1 ਟਾਈਮ ਸੈਟਲਮੈਂਟ ਸਿਸਟਮ ਫॉर ਸਿਕ ਯੂਨਿਟਸ ਵਾਸਤੇ ਟੂ ਟੇਕ ਫੁੱਲ ਐਡਵਾਂਟੇਜ, ਠੀਕ ਹੈ। ਇਹ ਫੁੱਲ ਫਾਰਮ ਹੈ UNIDO, ਟੂ ਟੇਕ ਫੁੱਲ ਐਡਵਾਂਟੇਜ ਆਫ ਯੂਨਿਟ ਨੈਸ਼ਨਲ ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ। ਇਹਨੂੰ ਕੀ ਹੈ ਫੁੱਲ ਇਹਨਾਂ ਤੋਂ ਐਡਵਾਂਟੇਜ ਲੈਣੀ ਹੈ। ਯੂਨਾਈਟਿਡ ਨੈਸ਼ਨਲ ਇੰਡਸਟਰੀਜ਼ ਡਿਵੈਲਪਮੈਂਟ ਆਰਗੇਨਾਈਜੇਸ਼ਨ ਜਿਹੜੇ ਸਿਸਟਮ ਸੰਸਥਾਵਾਂ ਚਲਾਈਆਂ ਗਈਆਂ ਨੇ ਜਿਹੜੇ ਕਿ ਇੰਡਸਟਰੀਅਲ ਡਿਵੈਲਪਮੈਂਟ ਵਾਸਤੇ ਹੁੰਦੀਆਂ ਨੇ, ਇੱਕ ਸੰਸਥਾ ਦਾ ਨਾਮ ਹੈ। ਇਹਦੇ ਤੋਂ ਆਪਾਂ ਕੀ ਹੈ ਪੂਰਾ ਕੀ ਹੈ ਐਡਵਾਂਟੇਜ ਲੈਣਾ ਵੈ। ਐਸਟੈਬਲਿਸ਼ ਆਫ ਏ ਡੈਡੀਕੇਟ ਫੰਡ, ਉਹਨਾਂ ਨੂੰ ਕੀ ਹੈ ਉਹਨਾਂ ਲਈ ਇੱਕ ਫੰਡ ਦੀ ਕੀ ਹੈ ਡੈਡੀਕੇਟ ਕਰਨਾ, ਉਹਨਾਂ ਨੂੰ ਕੀ ਹੈ ਜਿਹੜੇ ਇੰਡਸਟਰੀਜ਼ ਲਗਾਉਣਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਜੇ ਫਾਈਨਾਂਸ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਇੱਕ ਫੰਡ ਕੀ ਹੈ ਪ੍ਰੋਵਾਈਡ ਕਰਨਾ। ਪੋਲਿਸੀ ਟੂ ਐਕਟ ਫੈਸਿਲਿਟੇਟ ਐਂਡ ਸਪੈਸ਼ਲਿਸਟ, ਇਹ ਕੋਈ ਪੋਲਿਸੀਜ਼ ਬਣਾਉਣੀ ਹੈ ਜਿਹਦੇ ਵਿੱਚ ਪ੍ਰੋਪਰ ਫੈਸਿਲਿਟੀਜ਼ ਹੋਣੇ ਚਾਹੀਦੇ ਨੇ ਅਤੇ ਸਪੈਸ਼ਲਿਸਟ ਹੋਣੇ ਚਾਹੀਦੇ ਨੇ, ਠੀਕ ਹੈ। ਕੋਸਟ ਨੂੰ ਕੀ ਹੈ ਘੱਟ ਤੋਂ ਘੱਟ ਰੱਖਣਾ ਚਾਹੀਦਾ ਵੈ ਅਤੇ ਸੋਲਿਡ ਰਿਲੇਸ਼ਨ ਹੋਣੇ ਚਾਹੀਦੇ ਨੇ ਐਗਰੋ ਅਤੇ ਇੰਡਸਟਰੀ, ਐਗਰੀਕਲਚਰ ਅਤੇ ਇੰਡਸਟਰੀ ਦੇ ਵਿੱਚ ਰਿਲੇਸ਼ਨ ਵਧੀਆ ਹੋਣੇ ਚਾਹੀਦੇ ਨੇ, ਯਾਨੀ ਕਿ ਐਗਰੋ ਬੇਸਡ ਇੰਡਸਟਰੀਜ਼ ਕੀ ਹੈ ਲਗਾਉਣੀਆਂ ਚਾਹੀਦੀਆਂ ਨੇ। ਅੱਗੇ ਫੀਚਰਸ ਕੀ ਆ ਗਏ ਸੀਗੇ ਸਾਇਲੈਂਟ ਫੀਚਰਸ ਕੀ ਸੀਗੇ ਪ੍ਰਮੋਸ਼ਨ ਆਫ ਐਗਰੋ ਬੇਸਡ ਇੰਡਸਟਰੀਜ਼, ਉਹੀ ਆ ਗਏ ਕਿ ਐਗਰੋ ਬੇਸਡ ਇੰਡਸਟਰੀਜ਼ ਨੂੰ ਕੀ ਹੈ ਡਿਵੈਲਪ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਸਬਸਿਡੀਜ਼ ਪ੍ਰੋਵਾਈਡ ਕਰਨੀ ਚਾਹੀਦੀ ਹੈ। IT ਬੇਸਡ ਇੰਡਸਟਰੀਜ਼, ਇਹਦੇ ਵਿੱਚ ਕੀ ਆ ਜਾਏਗਾ ਇਟ ਏਮ ਟੂ ਐਸਟੈਬਲਿਸ਼ ਅਬੈਲਿੰਗ ਇਕੋਸਿਸਟਮ, ਠੀਕ ਹੈ। ਇੱਕ ਇਕੋਸਿਸਟਮ ਬਣਾਉਣਾ ਚਾਹੀਦਾ ਵਾ ਐਸਟੈਬਲਿਸ਼ ਕਰਨਾ ਚਾਹੀਦਾ ਵੈ। ਇਹਦੇ ਵਿੱਚ ਹਾਰਡਵੇਅਰ ਅਤੇ ਸੋਫਟਵੇਅਰ ਨੂੰ ਸ਼ਾਮਿਲ ਕੀਤਾ ਗਿਆ ਸੀਗਾ ਅਤੇ ਇੱਧਰ ਬ੍ਰਾਂਚਿਸ ਲਾਈਕ ਟੈਲੀ ਕਮਿਊਨੀਕੇਸ਼ਨ ਆਪਸ ਦੇ ਵਿੱਚ ਕੀ ਕਮਿਊਨੀਕੇਸ਼ਨ ਫੈਸਿਲਿਟੀਜ਼ ਕੀ ਹੈ ਪ੍ਰੋਵਾਈਡ ਕਰਨੀ ਸੀਗੀ ਅਤੇ ਐਸਟੈਬਲਿਸ਼ ਕਰਨਾ ਸੀ ਰੈਜ਼ੀਡੈਂਟਲ ਏਰੀਆ, ਅਤੇ ਇਹ ਜਿਹੜੇ ਏਰੀਆ ਸੀ ਕਿੱਥੇ ਹੋਣਗੇ ਰੈਜ਼ੀਡੈਂਟਲ ਏਰੀਆ ਦੇ ਵਿੱਚ ਕੀ ਹੈ ਇਹਨਾਂ ਨੂੰ ਕੀ ਹੈ ਐਸਟੈਬਲਿਸ਼ ਕਰਨਾ, ਠੀਕ ਹੈ। ਅਟਰੈਕਟ ਨਿਊ ਇਨਵੈਸਟਮੈਂਟ, ਇਟ ਪ੍ਰੋਵਾਈਡ ਅਵੇਲੇਬਲ ਥਰੂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ,
ਇਹਦੇ ਵਿੱਚ ਕੋਰਪਸ ਆਫ 150 ਕਰੋੜ ਵਿਲ ਬੀ ਕ੍ਰੀਏਟਡ ਐਜ਼ ਡੈਡੀਕੇਟ ਫੰਡ। ਜਿਹੜਾ ਡੈਡੀਕੇਟ ਫੰਡ ਹੈ ਉਹਦੇ ਵਿੱਚ ਕੋਰਪਸ ਕਿੰਨਾ ਹੋਣਾ ਚਾਹੀਦਾ, 150 ਕਰੋੜ ਹੋਣਾ ਚਾਹੀਦਾ ਵੈ। ਸਪੈਸ਼ਲ ਪੈਕੇਜ ਹੋਣੇ ਚਾਹੀਦੇ ਨੇ ਅਤੇ ਮਲਟੀਪਲ ਕੰਪਲੈਕਸ ਵਿਦ ਬੀ ਇਨਕਰਸਡ। ਫੋਰ ਮਿਨੀਮਮ ਇਨਵੈਸਟਮੈਂਟ ਦੱਸੀ ਹੋਈ ਹੈ ਕਿ ਮਿਨੀਮਮ ਇਨਵੈਸਟਮੈਂਟ ਕਿੰਨੀ ਹੈ, 20% ਕਰੋੜ ਫੋਰ ਲੁਧਿਆਣਾ ਵਾਸਤੇ ਐਂਡ ਸ਼ਹਿਰ ਦੱਸੇ ਹੋਏ ਨੇ ਕਿਹੜੇ ਕਿਹੜੇ ਨੇ, ਅਤੇ 10% ਕੀ ਹੈ ਅਦਰ ਸਿਟੀਜ਼ ਇਨ ਪੰਜਾਬ ਦੇ ਵਿੱਚ। ਇਨਫਰਾਸਟਰਕਚਰ ਨੂੰ ਡਿਵੈਲਪ ਕਰਨਾ ਚਾਹੀਦਾ ਵੈ। ਇੰਡਸਟਰੀਅਲ ਪੋਪੂਲੇਸ਼ਨ ਪੋਲਿਸੀ ਜੇ ਪੋਲੂਸ਼ਨ ਪੋਲਿਸੀਜ਼ ਕਿ ਪੋਲੂਟਡ ਵਾਟਰ ਅਤੇ ਏਰੀਆ ਕੀ ਹੈ ਉਹਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ ਵੈ। ਇੰਡਸਟਰੀਜ਼ ਨੂੰ ਕੀ ਹੈ ਫੋਕਸਡ ਟੂ ਪੁੱਟ ਰਿਪੀਟਡ ਪਲਾਂਟ ਫੋਰ ਦੀਜ਼ ਕਿ ਰਿਟਰੀਟ ਕਰਨੇ ਚਾਹੀਦੇ ਨੇ ਕਿ ਇੰਡਸਟਰੀਜ਼ ਕਿਹਦੇ 'ਤੇ ਫੋਕਸਡ ਕਰੇ ਅਤੇ ਉਹਨੂੰ ਕੀ ਹੈ ਕਿ ਪਲਾਂਟਸ ਵਗੈਰਾ ਵੀ ਕੀ ਹੈ ਰਿਟਰੀਟ ਕਰੇ। ਵੈਟ ਰਿਫੋਰਮ, ਰਿਫੰਡ ਆਫ ਵੈਟ ਹੈਵ ਬੀਨ ਬਰੋਟ ਡਾਊਨ ਟੂ 60 ਡੇਜ਼ ਫਰੋਮ 90। ਕੀ ਹੈ ਜਿਹੜੀ ਹੈਗੀ ਸੀਗੀ ਕਿ ਜਿਹੜੀ ਵੈਟ ਰਿਫੰਡ ਸੀਗੀ ਉਹ ਹੁਣ 90 ਤੋਂ ਕਿੰਨੇ ਦਿਨਾਂ ਦੇ ਵਿੱਚ ਆ ਗਈ, 60 ਦਿਨਾਂ ਦੇ ਵਿੱਚ ਲਿਆਂਦੀ। ਆਫਟਰ 60 ਡੇਜ਼ ਰਿਫੰਡ ਵਿਦ ਬਿਲੋਂਗ ਵਿਦ ਇੰਟਰਸਟ ਕਿ ਜਿਹੜਾ ਆਪਾਂ ਵੈਟ ਲੱਗਾ ਸੀ ਰਿਫੰਡ ਕਰਨਾ ਹੁੰਦਾ ਆਪਾਂ 90 ਦਿਨ ਤੋਂ 60 ਦਿਨ ਹੋ ਗਏ ਸੀ, ਜੇ 60 ਦਿਨਾਂ ਦੇ ਵਿੱਚ ਆਪਾਂ ਨਹੀਂ ਦੇ ਰਹੇ ਤਾਂ ਆਪਾਂ ਨੂੰ ਇੰਟਰਸਟ ਕੀ ਉਹਨਾਂ 'ਤੇ ਪੇ ਕਰਨਾ ਪਏਗਾ। ਪਾਵਰ ਸੈਕਟਰ ਰਿਫੋਰਮਸ ਕੀਤੇ ਸੀਗੇ, ਬਿਜਲੀ ਦੇ ਕੰਮ ਦੇ ਵਿੱਚ ਕੀ ਸੁਧਾਰ ਕੀਤੇ ਗਏ ਸੀ। ਕੰਟੀਨਿਊ ਪਾਵਰ ਸਪਲਾਈ ਕਿ ਵਰਕ ਫੈਕਟਰੀ ਦੇ ਜਿਹੜੇ ਫੈਕਟਰੀਜ਼ ਹੁੰਦੇ ਨੇ ਇੰਡਸਟਰੀਜ਼ ਹੁੰਦੇ ਨੇ ਉਹਨਾਂ ਦੀ ਜਿਹੜੀ ਪਾਵਰ ਕੱਟ ਬਿਜਲੀ ਕੱਟ ਨਹੀਂ ਲੱਗਣੀ ਚਾਹੀਦੀ, ਜਿਹਨਾਂ ਦੀ ਬਿਜਲੀ ਕੰਟੀਨਿਊ ਹੋਣੀ ਚਾਹੀਦੀ ਹੈ ਕਿਉਂਕਿ ਜੇ ਬਿਜਲੀ ਪਾਵਰ ਕੱਟ ਹੋ ਜਾਂਦੇ ਨੇ ਤਾਂ ਉਹਨਾਂ ਦਾ ਕੰਮ ਕੀ ਹੈ ਰੁਕ ਜਾਂਦਾ ਵੈ ਕਿਉਂਕਿ ਇਹ ਕੰਟੀਨਿਊ ਹੋਣਾ ਚਾਹੀਦਾ ਵੈ। if load of factory is more than 75% of power feeder it will be as non family ਫੈਕਟਰੀ ਫੀਡਰਸ। ਹੁਣ ਫੈਕਟਰੀ ਫੀਡਰਸ ਯਾਦ ਆ ਗਿਆ, ਫੈਕਟਰੀ ਫੀਡਰ ਕਿਹਨੂੰ ਕਹਿੰਦੇ ਨੇ ਕਿ ਜਿਨ੍ਹਾਂ ਦਾ ਲੋਡ ਜਿਹੜੇ ਫੈਕਟਰੀ ਦਾ ਲੋਡ 75% ਔਨ ਪਾਵਰ ਫੀਡਰ ਹੁੰਦਾ ਵੈ ਜ਼ਿਆਦਾ ਹੁੰਦਾ ਵੈ ਉਹਨੂੰ ਬੋਲਦੇ ਨੇ ਫੈਕਟਰੀ ਫੀਡਰ। ਮਾਈਕਰੋ ਸਮੋਲ ਐਂਡ ਸਿੱਖ ਇੰਡਸਟਰੀਜ਼ ਮੈਨੀ ਕੰਸੈਸ਼ਨ ਮਤਲਬ ਛੂਟ ਦੇਣੀਆਂ ਚਾਹੀਦੀਆਂ ਨੇ। 2003 ਦੀ ਪੋਲਿਸੀ ਦੇ ਵਿੱਚ ਸਿੱਖ ਇੰਡਸਟਰੀਜ਼ ਨੂੰ ਕਾਫੀ ਛੂਟ ਦਿੱਤੀਆਂ ਗਈਆਂ ਸੀ। ਸਿੱਖ ਇੰਡਸਟਰੀਜ਼ ਮੈਂ ਪਹਿਲਾਂ ਹੀ ਦੱਸਿਆ ਕਿਹੜੀਆਂ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ ਕੀ ਹੈ all those concession will now be available to above all। ਅਤੇ ਉਸ ਤੋਂ ਇਲਾਵਾ ਹੁਣ ਹੋਰ ਵੀ ਜਿਹੜੇ ਕੰਸੈਸ਼ਨ ਸੀ ਉਹ ਸਭ ਨੂੰ ਕੀ ਹੈ ਜਿਹੜੇ ਉੱਪਰ ਜਿਹੜੇ ਵੀ ਆਈਆਂ ਸੀ ਸਭ ਨੂੰ ਕੀ ਹੈ ਕੰਸੈਸ਼ਨਸ ਦਿੱਤੀਆਂ ਗਈਆਂ ਸੀ। ਕੰਸੈਸ਼ਨ ਮਤਲਬ ਛੂਟ। ਉਸ ਤੋਂ ਬਾਅਦ ਆ ਗਈ ਤੁਹਾਡੀ 2013 ਦੀ ਇੰਡਸਟਰੀਅਲ ਪ੍ਰਮੋਸ਼ਨ ਪੋਲਿਸੀਜ਼। ਇਹਦੇ ਫੀਚਰਸ ਕੀ ਨੇ ਉਹੀ ਸੇਮ ਹੀ ਹੁੰਦੇ ਨੇ। ਇਹਦਾ ਏਮ ਸੀਗਾ ਕਿ ਇੰਪਲਾਇਮੈਂਟ ਨੂੰ ਕ੍ਰੀਏਟ ਕਰਨਾ, ਅਨਇੰਪਲਾਇਮੈਂਟ ਨੂੰ ਘਟਾ ਕਰਨਾ। ਹੱਬ ਆਰ ਐਟ ਅੰਮ੍ਰਿਤਸਰ ਅਤੇ ਮੋਹਾਲੀ ਦੇ ਵਿੱਚ। For this purpose, government contributed board to grant land and other benefits. These benefits include ਕੀ ਹੈ ਕਿ ਵੈਟ ਵਿੱਚ ਕਿੰਨੀ ਛੂਟ ਹੋਣੀ ਚਾਹੀਦੀ ਹੈ, 20 ਆਵਰਸ ਪਾਵਰ ਹੋਣੀ ਚਾਹੀਦੀ ਹੈ, 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ ਅਤੇ ਕੀ ਹੈ ਉਹਨਾਂ ਦੇ ਵਿੱਚ 100% ਕੀ ਹੈ ਆਪ ਨੂੰ ਵੈਟ ਐਕਸੈਂਪਸ਼ਨ ਮਤਲਬ ਕਿ ਉਹਨਾਂ ਦੇ ਵਿੱਚ ਛੂਟ ਹੋਣੀ ਚਾਹੀਦੀ ਹੈ। ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਵਿੱਚ ਗੌਰਮੈਂਟ ਕ੍ਰੀਏਟਡ ਐਂਡ ਵਾਂਟਡ 1 ਵਿੰਡੋ ਕਲੀਅਰਨੈਸ ਸਿਸਟਮ। ਹੁਣ ਇਹ ਧਿਆਨ ਨਾਲ ਸੁਣ ਲਓ ਕਿ 1 ਵਿੰਡੋ ਕਲੀਅਰਨੈਸ ਸਿਸਟਮ ਕੀ ਹੁੰਦਾ ਵੈ ਕਿ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾਉਣਾ ਕਿ ਦੇਖੋ ਪਹਿਲਾਂ ਆਪ ਨੂੰ ਕੀ ਹੈ ਨੌਲੇਜ ਲੈਣ ਦੇ ਲਈ ਕਦੇ ਆਪਾਂ ਕਿੱਥੋਂ ਨੌਲੇਜ ਲੈਂਦੇ ਕਦੇ ਕਿੱਥੋਂ ਲੈਂਦੇ ਹਾਂ ਕਿ ਆਪਣੀ ਇਕੋਨਮੀ ਨੂੰ ਇੱਕ 1 ਵਿੰਡੋ ਬਣਾ ਦਿਓ ਕਿ ਜੇ ਆਪਾਂ ਕਿਸੇ ਵੀ ਚੀਜ਼ ਨਾਲ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ ਤਾਂ ਆਪ ਨੂੰ ਇੱਕ ਘਰ ਹੀ ਜਾਣਾ ਪਵੇ, ਇੱਕ ਜਗ੍ਹਾ ਇਸ ਤਰ੍ਹਾਂ ਦੀ ਬਣਾਤੀ ਜਿੱਥੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਕੀ ਹੈ ਪ੍ਰੋਵਾਈਡ ਕੀਤੀ ਜਾਂਦੀ ਹੋਵੇ ਉਹਨੂੰ ਬੋਲਦੇ ਨੇ 1 ਵਿੰਡੋ ਕਲੀਅਰਨੈਸ ਸਿਸਟਮ। ਜਾਣੀ ਕਿ ਜੇ ਆਪਾਂ ਟ੍ਰੇਡ ਨਾਲ ਰਿਲੇਟਡ ਕਮਿਊਨੀਕੇਸ਼ਨ ਨਾਲ ਰਿਲੇਟਡ ਹੈ ਨਾ ਕਿਸੇ ਵੀ ਚੀਜ਼ ਨਾਲ ਕਿਸੇ ਵੀ ਏਜੰਸੀ ਬਾਰੇ ਕਿਸੇ ਵੀ ਇੰਡਸਟਰੀਜ਼ ਬਾਰੇ ਨੌਲੇਜ ਲੈਣੀ ਹੈ ਤਾਂ ਇੱਕ ਪਲੇਟਫਾਰਮ ਹੋਣਾ ਚਾਹੀਦਾ ਆਪਣੇ ਕੋਲ ਜਿੱਥੇ ਹਰ ਤਰ੍ਹਾਂ ਦੀ ਨੌਲੇਜ ਪਈ ਹੈ ਅਤੇ ਉੱਥੋਂ ਆਪਾਂ ਹਰ ਤਰ੍ਹਾਂ ਦੀ ਨੌਲੇਜ ਨੂੰ ਕੀ ਹੈ ਚੱਕ ਲਈਏ ਉਹਨੂੰ ਬੋਲਦੇ ਹਨ। ਵੀ ਹੁਣ ਇਹ ਗੌਰਮੈਂਟ ਵੱਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣਾ ਜਿਹੜਾ ਪੰਜਾਬ ਸਟੇਟ ਹੈ ਉਹ ਕਿ ਇੱਕ 1 ਵਿੰਡੋ ਸਿਸਟਮ ਬਣ ਜੇ। ਜੇ ਕਿਸੇ ਨੇ ਕਿਤੋਂ ਵੀ ਨੌਲੇਜ ਲੈਣੀ ਹੈ ਉਹਨੂੰ ਆਸੇ ਪਾਸੇ ਇੱਧਰ ਉੱਧਰ ਫਿਰਨ ਦੀ ਜ਼ਰੂਰਤ ਨਹੀਂ ਹੈਗੀ। ਇੱਕ ਜਿਵੇਂ ਇੱਕ ਜਗ੍ਹਾ ਹੈ ਇੱਕ ਪ੍ਰੋਪਰ ਪਲੇਸ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਨੌਲੇਜ ਕੀ ਹੈ ਪ੍ਰੋਵਾਈਡ ਕੀਤੀ ਜਾਏਗੀ ਉਹਨੂੰ ਬੋਲਦੇ ਨੇ 1 ਵਿੰਡੋ ਕਲੀਅਰਨੈਸ ਸਿਸਟਮ। ਫਿਜ਼ੀਕਲ ਇੰਟੈਂਸਿਵ ਗੌਰਮੈਂਟ ਵਾਂਟਡ ਹੈਬਿਲਿਟੀ ਟੂ ਇਨਕਰਜ ਇੰਪਲਾਇਮੈਂਟ ਨੂੰ ਇਨਕਰਜ ਕਰਨ ਦੇ ਲਈ ਕਿ ਗੌਰਮੈਂਟ ਕੀ ਕਰ ਰਹੀ ਹੈ ਕਿ ਗੌਰਮੈਂਟ ਕਾਫੀ ਇਨਕਰਜ ਕਰ ਰਹੀ ਹੈ ਠੀਕ ਹੈ ਇੰਪਲਾਇਮੈਂਟ ਨਾਲ ਰਿਲੇਟਡ। ਫੋਰ ਦਿਸ ਪਰਪਸ ਗੌਰਮੈਂਟ ਕਲੀਅਰ ਹੈ ਪਾਸਿਵ ਫਿਜ਼ੀਕਲ ਇੰਟੈਂਸਿਵ ਗੌਰਮੈਂਟ ਕੀ ਹੈ ਫਿਜ਼ੀਕਲ ਪੋਰਸ ਮਤਲਬ ਕਿ ਫਿਨੈਂਸ਼ੀਅਲ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਵੀ ਕਾਫੀ ਉਹਨਾਂ ਨੂੰ ਕੀ ਪ੍ਰੇਰਿਤ ਕਰ ਰਹੀ ਹੈ। ਗੌਰਮੈਂਟ ਸਪੋਰਟ ਕਰ ਰਹੀ ਹੈ GST ਨੂੰ ਠੀਕ ਹੈ ਪਾਵਰ ਟੈਰਿਫਸ ਸਟੈਂਪ ਡਿਊਟੀ ਐਂਡ ਪ੍ਰੋਪਰਟੀ ਟੈਕਸ ਠੀਕ ਹੈ। ਗੌਰਮੈਂਟ ਕੀ ਹੈ ਕਾਫੀ ਜ਼ਿਆਦਾ ਉਹਨਾਂ ਨੂੰ ਕੀ ਹੈ ਗਿਵ ਮਚ ਸਪੋਰਟ ਔਨ GST ਨੂੰ ਦੇ ਰਹੀ ਹੈ। ਪਾਵਰ ਟੈਰਿਫ ਠੀਕ ਹੈ ਟੈਰਿਫ ਕੀ ਹੁੰਦੇ ਨੇ ਇਹ ਵੀ 2 ਤਰ੍ਹਾਂ ਦੇ ਹੁੰਦੇ ਨੇ ਇਹਦੇ 'ਚ ਹੁੰਦਾ ਇੱਕ ਟੈਰਿਫ ਇੱਕ ਨੋਨ ਟੈਰਿਫ। ਟੈਰਿਫ ਮਤਲਬ ਹੁੰਦਾ ਹੈ ਕਿ ਜਿਹੜੇ ਆਪਾਂ ਦੂਜੇ ਦੇਸ਼ਾਂ ਨਾਲ ਜਦੋਂ ਇੰਪੋਰਟ ਅਤੇ ਐਕਸਪੋਰਟ ਕਰਦੇ ਹਾਂ ਉਹਨਾਂ 'ਤੇ ਆਪਾਂ ਨੂੰ ਕਾਫੀ ਤਰ੍ਹਾਂ ਦੇ ਜਿਹੜੇ ਟੈਕਸ ਲੱਗਦੇ ਆ ਉਹਨਾਂ ਦੇ ਵਿੱਚ ਛੂਟ ਕਰਨਾ ਠੀਕ ਹੈ। ਕਰਦੇ ਜਿਹੜੇ ਆਪਾਂ ਚੀਜ਼ਾਂ 'ਤੇ ਇੰਪੋਰਟ ਐਕਸਪੋਰਟ 'ਤੇ ਕਰ ਲਗਾਏ ਸੀ ਕਹਿੰਦੇ ਉਹਨਾਂ ਤੋਂ ਉਹਨਾਂ ਨੂੰ ਆਜ਼ਾਦ ਕਰ ਦਿਓ ਛੂਟ ਦੇ ਦਿਓ ਤਾਂ ਹੀ ਆਪਾਂ ਇੰਪੋਰਟ ਅਤੇ ਐਕਸਪੋਰਟ ਵੱਧ ਕਰਾਂਗੇ। ਜਾਂ ਇੱਕ ਹੁੰਦਾ ਸੀ ਕਿ ਆਪਣੇ 'ਤੇ ਨੋਨ ਟੈਰਿਫ ਮਤਲਬ ਇੱਕ ਹੁੰਦਾ ਸੀਗਾ ਕਿ ਆਪਣੇ 'ਤੇ ਟੈਕਸ ਨਹੀਂ ਲੱਗ ਰਿਹਾ ਲੇਕਿਨ ਆਪਣੇ 'ਤੇ ਇੰਸਟਰਕਸ਼ਨਸ ਲੱਗੀਆਂ ਹੋਈਆਂ ਨੇ ਕਿ ਆਪਾਂ ਇਸ ਤੋਂ ਜ਼ਿਆਦਾ ਗੁੱਡਸ ਐਂਡ ਸਰਵਿਸ ਨੂੰ ਦੂਜੇ ਦੇਸ਼ਾਂ ਦੇ ਵਿੱਚ ਭੇਜ ਨਹੀਂ ਸਕਦੇ ਜਾਂ ਲੈ ਨਹੀਂ ਸਕਦੇ ਤਾਂ ਉਹਨਾਂ ਤੋਂ ਉਹਨਾਂ ਨੂੰ ਛੂਟ ਦਿਵਾਉਣੀ। It was fought all large scale, medium scales and electric hardware, agro industries, tourism, health and IT industries। वही आ गया। Division of zone
ਕੀ ਹੈ ਜ਼ੋਨਸ ਨੂੰ ਕੀ ਦੇ ਵਿੱਚ ਕੀ ਹੈ ਕਿ ਅਲੱਗ-ਅਲੱਗ ਪਾਰਟਸ ਦੇ ਵਿੱਚ ਕੀ ਹੈ ਡਿਵੈਲਪਮੈਂਟ ਦੇ ਬੇਸ 'ਤੇ ਆਪ ਨੂੰ ਅਲੱਗ-ਅਲੱਗ ਜ਼ੋਨ ਦੇ ਵਿੱਚ ਕੀ ਕਰ ਦਿਓ ਡਿਵਾਈਡ ਕਰ ਦਿਓ। ਜਿਵੇਂ ਪੰਜਾਬ ਨੂੰ 2 ਪਾਰਟਸ ਡਿਵਾਈਡ ਕਰਤਾ, ਡਿਵੈਲਪ ਅਤੇ ਅੰਡਰਡਿਵੈਲਪ। ਇਹ ਪੰਜਾਬ ਦੇ ਵਿੱਚ ਕਿਹੜੇ ਏਰੀਆ ਡਿਵੈਲਪ ਨੇ, ਕਿਹੜੇ ਅਨਡਿਵੈਲਪ ਨੇ। ਪਹਿਲਾਂ ਤਾਂ ਇਹ ਨਹੀਂ ਕਰ ਲਓ, ਫਿਰ ਆਪ ਨੂੰ ਪਤਾ ਲੱਗੇ ਕਿ ਜਿਹੜਾ ਡਿਵੈਲਪ ਆ ਉਹਨੂੰ ਹੋਰ ਕਿਵੇਂ ਡਿਵੈਲਪ ਕਰਨਾ, ਉੱਥੇ ਕਿੰਨਾ ਚੀਜ਼ਾਂ ਦੀ ਲੋੜ ਹੈ, ਕਿਉਂਕਿ ਉਹ ਤਾਂ ਡਿਵੈਲਪ ਹੈ ਨਾ ਪਹਿਲਾਂ ਹੀ, ਉਹਨਾਂ ਪਰ ਨਵੀਂ ਟੈਕਨੋਲੋਜੀ ਹੈਲਪ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਲੁਧਿਆਣਾ, ਜਲੰਧਰ, ਨਵਾਂ ਸ਼ਹਿਰ ਆ ਗਏ, ਇਹ ਸਾਰੇ ਸ਼ਹਿਰ ਕੀ ਆ ਗਏ, ਇਹ ਡਿਵੈਲਪ ਏਰੀਆ ਨੇ ਅਤੇ ਇਹਨਾਂ 'ਤੇ ਅਲੱਗ ਤਰ੍ਹਾਂ ਦੀ ਟੈਕਨੋਲੋਜੀ ਚਾਹੀਦੀ ਹੈ। ਜਿਹੜੇ ਬਹੁਤ ਜ਼ਿਆਦਾ ਬੈਕਵਰਡ ਨੇ ਉਹਨਾਂ ਨੂੰ ਉਹਨਾਂ ਦੇ ਬਰਾਬਰ ਲੈ ਕੇ ਆਉਣ ਲਈ ਉਹਨਾਂ ਨੂੰ ਅਲੱਗ ਤਰ੍ਹਾਂ ਦੀ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਣ। ਠੀਕ ਹੈ, ਅਤੇ ਸਾਰੇ ਦੱਸੇ ਹੋਏ ਨੇ ਜਿਹੜੇ ਹੁਸ਼ਿਆਰਪੁਰ, ਗੁਰਦਾਸਪੁਰ, ਸਾਰੇ ਕੀ ਸ਼ਹਿਰ ਕਿਹੜੇ ਨੇ, ਸਾਰੇ ਇਹ ਕੀ ਨੇ ਅੰਡਰ ਡਿਵੈਲਪ ਨੇ, ਅਤੇ ਇਹਨਾਂ ਨੂੰ ਜ਼ੋਨ ਦੇ ਵਿੱਚ ਡਿਵਾਈਡ ਕਰਕੇ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਕੀ ਹੈ ਫੈਸਿਲਿਟੀਜ਼ ਕੀ ਹੈ ਪ੍ਰੋਵਾਈਡ ਕੀਤੀਆਂ ਜਾਣ। ਠੀਕ ਹੈ, ਇਹ ਸੀ ਤੁਹਾਡਾ ਅੱਜ ਦਾ ਟੋਪਿਕ। ਇਹਨੂੰ ਸਟੱਡੀ ਕਰ ਲੈਣਾ ਹੈ, ਜੋ ਕਿ ਪ੍ਰੋਬਲਮ ਹੋਈ ਤਾਂ ਪੁੱਛ ਲੈਣਾ ਹੈ। ਸਿੰਪਲ ਕੁਛ ਵੀ ਨਹੀਂ ਹੈਗਾ ਗਾ, ਕਿਉਂਕਿ ਇਹ ਪੋਲਿਟਿਕਸ ਇੰਡੀਅਨ ਹੈਗਾ ਜਿਹੜੇ 1991 ਦੀ ਪੋਲਿਸੀ ਉਹ ਵੈਰੀ ਇੰਪੋਰਟੈਂਟ ਹੈ। ਆਪਾਂ ਉਹ ਪੋਲਿਸੀਜ਼ +2 ਦੇ ਵਿੱਚ ਕਰਾਂਗੇ। ਠੀਕ ਹੈ।